ਮੋਹਣੀ ਮੁਖ ਮਣੀ ਸੋਹੈ, ਕਰੇ ਰੰਗ ਪਸਾਉ। ਮਤ ਦੇਖ ਭੂਲਾ ਵੀਸਰੈ, ਤੇਰਾ ਚਿਤ ਨ ਆਵੈ ਨਾਉ। ਸਿੱਧ ਹੋਵਾ ਸਿੱਧ ਲਾਈ, ਰਿੱਧ ਆਖਾ ਆਉ। ਗੁਪਤ ਪ੍ਰਗਟ ਹੋਏ ਬੈਸਾ, ਲੋਕ ਰਾਖੈ ਭਾਉ। ਮਤ ਦੇਖ ਭੂਲਾ ਵੀਸਰੈ, ਤੇਰਾ ਚਿਤ ਨ ਆਵੈ ਨਾਉ। ਸੁਲਤਾਨ ਹੋਵਾ ਮੇਲ ਲਸਕਰ, ਤਖਤ ਰਾਖਾ ਪਾਉ। ਹੁਕਮ ਹਾਸਲ ਕਰੀ ਬੈਠਾ, ਨਾਨਕਾ ਸਭ ਵਾਉ। ਮਤ ਦੇਖ ਭੂਲਾ ਵੀਸਰੈ, ਤੇਰਾ ਚਿਤ ਨ ਆਵੈ ਨਾਉ। ਸ੍ਰੀ ਰਾਗ ਮਹੱਲਾ ਪਹਿਲਾ। ਕੋਟ ਕੋਟੀ ਮੇਰੀ ਆਰਜਾ, ਪਵਨ ਪੀਣ ਅਪਿਆਉ। ਚੰਦ ਸੂਰਜ ਦੋਏ ਗੁਫੈ ਨਾ ਦੇਖਾ, ਸੁਪਨੈ ਸੌਣ ਨਾ ਥਾਉ। ਭੀ ਤੇਰੀ ਕੀਮਤ ਨਾ ਪਵੈ, ਹਉ ਕੇਵਡ ਆਖਾ ਨਾਉ। ਸਾਚਾ ਨਿਰੰਕਾਰ ਨਿਜ ਥਾਇ, ਸੁਣ ਸੁਣ ਆਖਣ ਆਖਣਾ। ਜੇ ਭਾਵੈ ਕਰੇ ਤਮਾਏ, ਰਹਾਉ। ਕੁਸਾ ਕਟਿਆ ਵਾਰ ਵਾਰ, ਪੀਸਣ ਪੀਸਾ ਪਾਏ। ਕੁਸਾ ਕਟਿਆ ਵਾਰ ਵਾਰ, ਕੁਸਾ ਪੋਲਾ ਬੋਲਣਾ ਹੈ, ਜਿਵੇਂ ਆਪ ਜੀ ਨੇ ਸਰਵਣ ਕੀਤਾ। ਕੁੱਸਾ ਨਹੀਂ ਕਹਿਣਾ। ਕੁਸਾ ਕਟਿਆ ਵਾਰ ਵਾਰ, ਪੀਸਣ ਪੀਸਾ ਪਾਏ। ਅੱਗੀ ਸੇਤੀ ਜਾਲੀਆ, ਭਸਮ ਸੇਤੀ ਰਲ ਜਾਉ। ਭੀ ਤੇਰੀ ਕੀਮਤ ਨਾ ਪਵੈ, ਹਉ ਕੇਵਡ ਆਖਾ ਨਾਉ। ਪੰਖੀ ਹੋਇ ਕੈ ਜੇ ਭਵਾ, ਸੈ ਅਸਮਾਨੀ ਜਾਉ। ਨਦਰੀ ਕਿਸੈ ਨ ਆਵਉ, ਨਾ ਕਿਛ ਪੀਆ ਨਾ ਖਾਉ। ਭੀ ਤੇਰੀ ਕੀਮਤ ਨਾ ਪਵੈ, ਹਉ ਕੇਵਡ ਆਖਾ ਨਾਉ। ਨਾਨਕ ਕਾਗਦ ਲਖ ਮਣਾ, ਪੜ੍ਹ ਪੜ੍ਹ ਕੀਚੈ ਭਾਉ। ਪਹਿਲਾਂ ਵੀ ਬੇਨਤੀ ਕੀਤੀ ਕਿ ਅਨੇਕਾਂ ਅੱਖਰ ਗੁਰਬਾਣੀ ਵਿੱਚ ਐਸੇ ਆਉਣਗੇ ਜਿਨ੍ਹਾਂ ਦਾ ਲਿਖਣ ਦਾ ਸਰੂਪ ਉਹੀ ਹੈ, ਪਰ ਅਰਥ ਮੁਤਾਬਕ ਜਾਂ ਚਾਲ ਮੁਤਾਬਕ ਉਹਨਾਂ ਦੇ ਬੋਲਣ ਦਾ ਢੰਗ ਬਦਲਦਾ ਹੈ। ਇੱਥੇ ਆਪ ਜੀ ਨੇ ਪਾਠ ਸਰਵਣ ਕੀਤਾ ਤੇ ਦਰਸ਼ਨ ਵੀ ਕਰ ਰਹੇ ਹੋ। ਨਾਨਕ ਕਾਗਦ ਲਖ ਮਣਾ, ਪੜ੍ਹ ਪੜ੍ਹ ਕੀਚੈ ਭਾਉ। ਪੜ੍ਹ ਪੜ੍ਹ, ਕਾਗਜ਼ਾਂ ਉੱਪਰ ਇਬਾਰਤ ਲਿਖੀ ਜਾਂਦੀ ਹੈ, ਗੱਲਾਂ ਲਿਖੀਆਂ ਜਾਂਦੀਆਂ ਗਿਆਨ ਦੀਆਂ। ਔਰ ਇਸੇ ਤਰ੍ਹਾਂ ਧਰਮ ਗ੍ਰੰਥ ਇਹ ਵੀ ਪਾਵਨ ਬੋਲ ਕਾਗਜ਼ਾਂ 'ਤੇ ਲਿਖੇ ਜਾਂਦੇ ਨੇ ਨਾ, ਅਤੇ ਲਿਖੇ ਹੋਏ ਨੂੰ ਪੜ੍ਹਿਆ ਜਾਂਦਾ ਹੈ। ਇਸ ਲਈ ਇੱਥੇ ਪਾਠ ਪੜ੍ਹ ਪੜ੍ਹ ਕੀਚੈ ਭਾਉ। ਜਿੱਥੇ ਕਿਤੇ ਪਾਉਣ ਦਾ ਅਰਥ ਆਵੇਗਾ, ਕੋਈ ਚੀਜ਼ ਕਿਸੇ ਜਗ੍ਹਾ ਪਾਈ ਜਾਂਦੀ ਰੱਖੀ ਜਾਂਦੀ ਹੈ, ਉੱਥੇ ਪੜ੍ਹ ਇਉਂ ਉਚਾਰਨ ਅਗਾਂਹ ਆਵੇਗਾ ਗੁਰਬਾਣੀ ਵਿੱਚ। ਇਉਂ ਅਰਥ ਮੁਤਾਬਕ ਇਹ ਉਚਾਰਨ ਵੱਖ ਵੱਖ ਹੁੰਦੇ ਨੇ, ਪਰ ਇਹਨਾਂ ਦੀ ਸੋਝੀ ਸੰਥਿਆ ਲੈਣ ਤੋਂ ਹੀ ਪ੍ਰਾਪਤ ਹੁੰਦੀ ਹੈ। ਉਸ ਤਰ੍ਹਾਂ ਸਾਨੂੰ ਆਪਣੇ ਆਪ ਪਤਾ ਨਹੀਂ ਲੱਗ ਸਕਦਾ। ਨਾਨਕ ਕਾਗਦ ਲਖ ਮਣਾ, ਕੱਲ ਵੀ ਬੇਨਤੀ ਕੀਤੀ, ਫਿਰ ਚੇਤਾ ਕਰਾ ਦਿਆਂ। ਨਾਨਕ ਕਾਗਦ, ਨਾਨਕ ਦਾ ਆਖਰੀ ਅੱਖਰ ਕੱਕਾ ਹੈ, ਕਾਗਦ ਦਾ ਪਹਿਲਾ ਅੱਖਰ ਕੱਕਾ ਹੈ। ਇਹਨੂੰ ਆਪਾਂ ਰਲ ਗੱਡ ਨਹੀਂ ਕਰਨਾ। ਨਾਨਕ ਕਾਗਦ ਇਉਂ ਪੜਾਂਗੇ ਤਾਂ ਇੱਕ ਕੱਕਾ ਖਤਮ ਹੋ ਜਾਂਦਾ ਹੈ। ਇਸ ਲਈ ਪੂਰਾ ਉਚਾਰਨ ਨਾਨਕ ਕਾਗਦ ਲਖ ਮਣਾ, ਪੜ੍ਹ ਪੜ੍ਹ ਕੀਚੈ ਭਾਉ। ਮਸੂ ਤੋਟ ਨ ਆਵਈ, ਲੇਖਣ ਪਾਉਣ ਚਲਾਉ। ਭੀ ਤੇਰੀ ਕੀਮਤ ਨਾ ਪਵੈ, ਹਉ ਕੇਵਡ ਆਖਾ ਨਾਉ। ਸ੍ਰੀ ਰਾਗ ਮਹੱਲਾ ਪਹਿਲਾ। ਲੇਖੈ ਬੋਲਣ ਬੋਲਣਾ, ਲੇਖੈ ਖਾਣਾ ਵਾਉ। ਲੇਖੈ ਵਾਟ ਚਲਾਈਆ, ਲੇਖੈ ਸੁਣ ਵੇਖਾਉ। ਲੇਖੈ ਸਾਹ ਲਵਾਈਆ ਹੈ, ਪੜ੍ਹ ਕੇ ਪੁੱਛਣ ਜਾਉ। ਬਾਬਾ ਮਾਇਆ ਰਚਨਾ ਧੋਹ, ਅੰਧੈ ਨਾਮ ਵਿਸਾਰਿਆ। ਨਾ ਤਿਸ ਇਹ ਨਾ ਓਹ, ਰਹਾਉ। ਜੀਵਨ ਮਰਨਾ ਜਾਏ ਕੈ, ਏਥੈ ਖਾਜੈ ਕਾਲ। ਜਿੱਥੈ ਬਹਿ ਸਮਝਾਈਐ, ਤਿੱਥੈ ਕੋਇ ਨਾ ਚੱਲਿਓ ਨਾਲ। ਰੋਵਣ ਵਾਲੇ ਜੇਤੜੇ, ਸਭ ਬੰਨ੍ਹੈ ਪੰਡ ਪਰਾਲ। ਸਭ ਕੋ ਆਖੈ ਬਹੁਤ ਬਹੁਤ, ਘਟ ਨਾ ਆਖੈ ਕੋਇ। ਕੀਮਤ ਕਿਨੈ ਨਾ ਪਾਈਆ, ਕਹਿਣ ਨਾ ਵੱਡਾ ਹੋਏ।
ਸਾਚਾ ਸਾਹਿਬ ਏਕ ਤੂੰ, ਹੋਰ ਜੀਆ ਕੇਤੇ ਲੋ। ਸਾਚਾ ਸਾਹਿਬ ਏਕ ਤੂੰ, ਹਾਹਾ ਮੁਕਤਾ ਹੈ। ਇਹ ਨਹੀਂ ਸਮਝਣਾ ਕਿ ਸਿਹਾਰੀ ਲਿਖਣ ਵਾਲੀ ਰਹਿ ਗਈ ਹੈ ਤੇ ਆਪਾਂ ਲਿਖ ਦਈਏ, ਨਹੀਂ। ਇਹ ਪਾਠ ਇਸੇ ਰੂਪ ਵਿੱਚ ਸ਼ੁੱਧ ਹੈ ਔਰ ਸਾਹਿਬ ਹੀ ਇਸ ਦਾ ਪਾਠ ਕਰਨਾ ਹੈ, ਆਪਣੇ ਕੋਲੋਂ ਸਿਹਾਰੀ ਦਾ ਉਚਾਰਨ ਵੀ ਨਹੀਂ ਕਰਨਾ। ਸਾਚਾ ਸਾਹਿਬ ਏਕ ਤੂੰ, ਹੋਰ ਜੀਆ ਕੇਤੇ ਲੋ। ਨੀਚਾ ਅੰਦਰ ਨੀਚ ਜਾਤ, ਨੀਚੀ ਹੂ ਆਤ ਨੀਚ। ਨਾਨਕ ਤਿਨ ਕੈ ਸੰਗ ਸਾਥ, ਵੱਡਿਆ ਸਿਓ ਕਿਆ ਰੀਸ। ਜਿੱਥੈ ਨੀਚ ਸਮਾਲੀਅਨ, ਤਿੱਥੈ ਨਦਰ ਤੇਰੀ ਬਖਸ਼ੀਸ। ਸ੍ਰੀ ਰਾਗ ਮਹੱਲਾ ਪਹਿਲਾ। ਲੱਭ ਕੁੱਤਾ ਕੂੜ ਚੂਹੜਾ, ਠੱਗ ਖਾਧਾ ਮੁਰਦਾਰ। ਲੱਭ ਕੁੱਤਾ ਕੂੜ ਚੂਹੜਾ, ਇੱਥੇ ਸਾਡੇ ਆਮ ਪਾਠੀ ਸਿੱਧਾ ਹੀ ਚੂੜਾ ਬੋਲ ਜਾਂਦੇ ਨੇ। ਜੇ ਆਪਾਂ ਚੂੜਾ ਲਫ਼ਜ਼ ਲਿਖਣ ਲੱਗੀਏ ਤਾਂ ਉਸ ਦੇ ਲਿਖਣ ਦਾ ਢੰਗ ਹੋਵੇਗਾ ਚੱਚੇ ਦੁਲੈਂਕੜ, ਰਾੜੇ ਦੇ ਪੈਰ ਵਿੱਚ ਅੱਧਾ ਹਾਹਾ ਤੇ ਅੱਗੇ ਕੰਨਾ, ਇਉਂ ਚੂੜਾ ਬੋਲਿਆ ਜਾਵੇਗਾ। ਇੱਥੇ ਹਾਹਾ ਪੂਰਾ ਹੈ ਤੇ ਆਪਾਂ ਇਸ ਦਾ ਪੂਰਾ ਉਚਾਰਨ ਕਰਨਾ ਹੈ। ਲੱਭ ਕੁੱਤਾ ਕੂੜ ਚੂਹੜਾ, ਠੱਗ ਖਾਧਾ ਮੁਰਦਾਰ। ਪਰ ਨਿੰਦਾ ਪਰ ਮਲ ਮੁਖ ਸੁਧੀ, ਅਗਨ ਕ੍ਰੋਧ ਚੰਡਾਲ। ਪਰ ਨਿੰਦਾ ਪਰ ਮਾਲ ਮੁਖ ਸੁਧੀ, ਸੁਧੀ ਪੋਲਾ ਬੋਲਣਾ ਹੈ, ਸੁੱਧੀ ਨਹੀਂ ਕਹਿਣਾ। ਪਰ ਨਿੰਦਾ ਪਰ ਮਲ ਮੁਖ ਸੁਧੀ, ਅਗਨ ਕ੍ਰੋਧ ਚੰਡਾਲ। ਰਸ ਕਸ ਆਪ ਸਲਾਹਣਾ, ਏ ਕਰਮ ਮੇਰੇ ਕਰਤਾਰ। ਬਾਬਾ ਬੋਲੀਐ ਪਤ ਹੋਏ, ਇਹ ਕਰਮ ਮੇਰੇ ਕਰਤਾਰ। ਫਿਰ ਖਿਆਲ ਕਰਨਾ, ਕਰਮ ਮੇਰੇ ਇਉਂ ਨਹੀਂ ਬੋਲਣਾ। ਕਰਮ ਪੂਰਾ ਮੂੰਹ ਖੋਲ ਕੇ ਫਿਰ ਮੇਰੇ, ਕਰਮ ਮੇਰੇ ਕਰਤਾਰ। ਹਾਂਜੀ। ਬਾਬਾ ਬੋਲੀਐ ਪਤ ਹੋਏ, ਊਤਮ ਸੇ ਦਰ ਊਤਮ ਕਹੀਐ ਹੈ। ਨੀਚ ਕਰਮ ਬਹਿ ਰੋਏ, ਰਹਾਉ ਰਸ ਸੋਇਨਾ ਰਸ ਰੂਪਾ ਕਾਮਣ। ਇੱਥੇ ਵੀ ਰਸ ਦਾ ਸੱਸਾ ਹੈ, ਅੱਗੇ ਸੋਇਨਾ ਫਿਰ ਸੱਸਾ ਹੈ, ਸੋ ਇਕੱਠਾ ਕਰਕੇ ਰਸ ਸੋਇਨਾ ਇੱਦਾਂ ਨਹੀਂ ਕਰਨਾ। ਰਸ ਸੋਇਨਾ ਇਸ ਤਰ੍ਹਾਂ ਜਿਵੇਂ ਗਿਆਨੀ ਜੀ ਨੇ ਵੱਖਰਾ ਵੱਖਰਾ ਉਚਾਰਨ ਕੀਤਾ ਹੈ। ਜਿੱਥੇ ਵੀ ਇੱਦਾਂ ਦੇ ਅੱਖਰ ਆਉਣਗੇ, ਕਿਸੇ ਵੀ ਪਦ ਦੇ ਅਖੀਰ ਦਾ ਅੱਖਰ ਅਤੇ ਉਸ ਤੋਂ ਅਗਲੇ ਪਦ ਦਾ ਪਹਿਲਾ ਅੱਖਰ ਇੱਕੋ ਜਿਹਾ ਹੋਵੇ ਤਾਂ ਉਹਨੂੰ ਨਿਖੇੜ ਕੇ ਪੜ੍ਹੋਗੇ ਤਾਂ ਸਾਫ਼ ਹੈ, ਨਹੀਂ ਤਾਂ ਦੋਵੇਂ ਅੱਖਰ ਇੱਕ ਬਣ ਜਾਂਦੇ ਹੈ ਅਤੇ ਪਾਠ ਦਾ ਭਾਵ ਸ਼ੁੱਧ ਨਹੀਂ ਹੋ ਸਕਦਾ। ਜਿਵੇਂ ਗਿਆਨੀ ਜੀ ਦੱਸ ਰਹੇ ਆ, ਇਹ ਬਾਰ-ਬਾਰ ਇੱਦਾਂ ਦੇ ਆਉਣੇ ਆ। ਇਹ ਹੁਣ ਤੁਸੀਂ ਆਪ ਹੀ ਧਿਆਨ ਰੱਖਣਾ ਹੈ ਸਾਰਿਆਂ ਨੇ। ਹਾਂਜੀ। ਰਸ ਸੋਇਨਾ ਰਸ ਰੂਪਾ ਕਾਮਣ, ਰਸ ਪਰਮਲ ਕੀ ਵਾਸ। ਪੰਗਤੀ ਦਾ ਵਿਸਰਾਮ ਇਸੇ ਪ੍ਰਕਾਰ ਸ਼ੁੱਧ ਹੈ ਜਿਵੇਂ ਆਪ ਜੀ ਨੂੰ ਸਰਵਣ ਕਰਾਇਆ ਹੈ ਪਾਠੀ ਸਿੰਘ ਜੀ ਨੇ। ਕਈ ਸਾਡੇ ਪਾਠੀ ਆਪਣੇ ਕੋਲੋਂ ਹੀ ਵਿਸਰਾਮ ਇਉਂ ਲਾ ਦਿੰਦੇ ਨੇ ਕਿ ਰਸ ਸੋਇਨਾ ਰਸ ਰੂਪਾ ਕਾਮਣ ਰਸ ਪਰਮਲ ਕੀ ਵਾਸ, ਇਉਂ ਲਾ ਦਿੰਦੇ ਨੇ, ਪਰ ਉਹ ਵਿਸਰਾਮ ਸਹੀ ਨਹੀਂ। ਸਹੀ ਵਿਸਰਾਮ ਇਹੀ ਹੈ, ਰਸ ਸੋਇਨਾ ਰਸ ਰੂਪਾ ਕਾਮਣ ਰਸ ਪਰਮਲ ਕੀ ਵਾਸ। ਰਸ ਘੋੜੇ ਰਸ ਸੇਜਾ ਮੰਦਰ, ਰਸ ਮੀਠਾ ਰਸ ਮਾਸ। ਏਤੇ ਰਸ ਸਰੀਰ ਕੇ, ਕੈ ਘਟ ਨਾਮ ਨਿਵਾਸ। ਜਿਤ ਬੋਲਿਆ ਪਤ ਪਾਈਐ, ਸੋ ਬੋਲਿਆ ਪਰਵਾਣ। ਫਿੱਕਾ ਬੋਲ ਵਿਗੁਚਣਾ, ਸੁਣ ਮੂਰਖ ਮਨ ਅਜਾਣ। ਜੋ ਤਿਸ ਭਾਵ ਹੈ ਸੇ ਭਲੇ, ਹੋਰ ਕੇ ਕਹਿਣ ਵਖਾਣ। ਤਿਨ ਮਤ ਤਿਨ ਪਤ ਤਿਨ ਧਨ ਪੱਲੈ, ਜਿਨ ਹਿਰਦੈ ਰਹਿਆ ਸਮਾਏ। ਤਿਨ ਕਾ ਕਿਆ ਸਾਲਾਹਣਾ, ਅਵਰ ਸਵਾਲਿਓ ਕਾਇ। ਨਾਨਕ ਨਦਰੀ ਬਾਹਰੇ, ਰਾਚਹਿ ਦਾਨ ਨਾ ਨਾਏ। ਸ੍ਰੀ ਰਾਗ ਮਹੱਲਾ ਪਹਿਲਾ। ਅਮਲ ਗਲੋਲਾ ਕੂੜ ਕਾ, ਦਿੱਤਾ ਦੇਵਨਹਾਰ। ਮਤੀ ਮਰਨ ਵਿਸਾਰਿਆ, ਖੁਸ਼ੀ ਕੀਤੀ ਦਿਨ ਚਾਰ। ਸੱਚ ਮਿਲਿਆ ਤਿਨ ਸੋਫੀਆ, ਰਾਖਣ ਕਉ ਦਰਬਾਰ। ਨਾਨਕ ਸਾਚੇ ਕਉ ਸੱਚ ਜਾਣ, ਜਿਤ ਸੇਵਿਆ ਸੁਖ ਪਾਈਐ। ਤੇਰੀ ਦਰਗਹ ਚੱਲੈ ਮਾਣ,
ਰਹਾਉ। ਸੱਚ ਸਾਰਾ ਗੁੜ ਬਾਹਰਾ, ਜਿਸ ਵਿੱਚ ਸੱਚਾ ਨਾਉ। ਸੁਣਹਿ ਵਖਾਣਹਿ ਜੇਤੜੇ, ਹਉ ਤਿਨ ਬਲਿਹਾਰੈ ਜਾਉ। ਤਾ ਮਨ ਖੀਵਾ ਜਾਣੀਐ, ਜਾ ਮਹਿਲੀ ਪਾਏ ਥਾਉ। ਨਾਉ ਨੀਰ ਚੰਗਿਆਈਆ, ਸਦ ਪਰਮਲ ਤਨ ਵਾਸ। ਤਾ ਮੁਖ ਹੋਵੈ ਉਜਲਾ, ਲਖ ਦਾਤੀ ਇਕ ਦਾਤ। ਦੁਖ ਤਿਸੈ ਪਹਿ ਆਖੀਐ ਹੈ, ਸੁਖ ਜਿਸੈ ਹੀ ਪਾਸ। ਸੋ ਕਿਉ ਮਨਹੁ ਵਿਸਾਰੀਐ, ਜਾ ਕੇ ਜੀ ਪ੍ਰਾਣ। ਤਿਸ ਵਿਣ ਸਭ ਅਪਵਿੱਤਰ ਹੈ, ਜੇਤਾ ਪਹਿਨਣ ਖਾਣ। ਹੋਰ ਗੱਲਾਂ ਸਭ ਕੂੜੀਆ, ਤੁਧ ਭਾਵੈ ਪਰਵਾਣ। ਖਾਲਸਾ ਜੀ, ਇਹ ਜੋ ਆਪਸ ਵਿੱਚ ਵਿਚਾਰ ਕੀਤੀ ਸੀ, ਆਪ ਜੀ ਦੀ ਗਿਆਤ ਵਾਸਤੇ ਬੇਨਤੀ ਕਰਾਂ। ਕਈਆਂ ਜਿਹੜੇ ਪੁਰਾਣੇ ਕੁਝ ਛਪੇ ਹੋਏ ਭਾਗ ਹਨ, ਸੈਂਚੀਆਂ ਹਨ, ਸ਼ਬਦਾਰਥ ਹਨ, ਉਹਨਾਂ ਦੇ ਵਿੱਚ ਇਹ ਜਿਹੜੀ ਪੰਗਤੀ ਹੈ ਨਾ, ਤਿਸ ਵਿਣ ਸਭ ਅਪਵਿੱਤਰ ਹੈ, ਜੇਤਾ ਪਹਿਨਣ ਖਾਣ। ਕਈਆਂ ਛਾਪਿਆਂ ਵਿੱਚ ਪੱਪਾ, ਹਾਹੇ, ਸਿਹਾਰੀ, ਨੰਨਾ ਤੇ ਨਾਣਾ ਇਉਂ ਛਪਿਆ ਹੁੰਦਾ ਹੈ। ਇਹ ਲਿਖਾਰੀ ਦੀ ਉਕਾਈ ਹੈ। ਸੁੱਧ ਪਾਠ ਇਹੀ ਹੈ ਜੋ ਆਪ ਜੀ ਆਪਣੇ ਪਾਸ ਦਰਸ਼ਨ ਕਰ ਰਹੇ ਹੋ। ਪੱਪੇ ਨੂੰ ਦੁਲਾਵਾਂ, ਨੰਨਾ ਤੇ ਨਾਣਾ ਇਹ ਅੱਖਰ ਸ਼ੁੱਧ ਨੇ, ਇਹ ਲਗ ਮਾਤਰ ਸ਼ੁੱਧ ਹੈ। ਜੇਤਾ ਪਹਿਨਣ ਖਾਣ ਇਹ ਸ਼ੁੱਧ ਹੈ, ਇਹੀ ਨਿਸ਼ਚੇ ਰੱਖਣਾ ਜੀ। ਸ੍ਰੀ ਰਾਗ ਮਹੱਲ ਪਹਿਲਾ। ਇੱਥੇ ਆਪ ਜੀ ਨੇ ਥੋੜਾ ਇਹ ਫਰਕ ਤੱਕਿਆ ਹੈ, ਮਹੱਲਾ ਅੱਖਰ ਨਹੀਂ ਹੈ, ਮਹੱਲ ਹੈ। ਲੱਲੇ ਨੂੰ ਔਂਕੜ ਹੈ, ਕੰਨਾ ਨਹੀਂ, ਔਰ ਇਸ ਦਾ ਉਚਾਰਨ ਵੀ ਮਹੱਲ ਹੋਵੇਗਾ। ਸ੍ਰੀ ਰਾਗ ਵਿੱਚ ਪਹਿਲੇ ਪਾਤਸ਼ਾਹ ਜੀ ਦੇ ਇਹ ਜੋ ਪਾਵਨ ਸ਼ਬਦ ਹਨ, 6ਵਾਂ ਸ਼ਬਦ, 12ਵਾਂ ਸ਼ਬਦ ਔਰ 15ਵਾਂ ਸ਼ਬਦ, ਇਹਨਾਂ ਦਾ ਸਰਲੇਖ ਮਹੱਲ ਹੀ ਆਵੇਗਾ। ਮਹੱਲ ਇੱਥੇ ਕੰਨਾ ਨਹੀਂ। 6ਵਾਂ ਤੇ 12ਵਾਂ ਇਹਨਾਂ ਦੋਹਾਂ ਸ਼ਬਦਾਂ ਦਾ ਸਰਲੇਖ ਮਹੱਲ ਮੰਮਾ ਹਾਹਾ ਲੱਲੇ ਨੂੰ ਔਂਕੜ ਹੈ। 15ਵਾਂ ਸ਼ਬਦ ਜੋ ਅੱਗੇ ਆਵੇਗਾ ਉਹ ਮਹੱਲ ਤਿੰਨੇ ਅੱਖਰ ਮੁਕਤੇ ਨੇ, ਲੱਲੇ ਨੂੰ ਔਂਕੜ ਵੀ ਨਹੀਂ ਹੈ, ਕੰਨਾ ਵੀ ਨਹੀਂ ਹੈ। ਉਚਾਰਨ ਇਹਨਾਂ ਦਾ ਮਹੱਲ ਹੀ ਹੋਵੇਗਾ। ਮਤਾ ਕਿਤੇ ਇਹ ਸਮਝ ਲੈਣਾ ਕਿ ਸ਼ਾਇਦ ਛਾਪੇ ਵਿੱਚ ਗਲਤ ਆ ਗਿਆ ਹੋਵੇ, ਨਹੀਂ, ਇਹ ਆਰੰਭ ਤੋਂ ਹੀ ਇਸੇ ਤਰ੍ਹਾਂ ਹੈ ਤੇ ਮਹੱਲ ਉਚਾਰਨ ਕਰਨਾ ਹੈ। ਆਪ ਜੀ ਦੀ ਜਾਣਕਾਰੀ ਲਈ ਬੇਨਤੀ ਕਰਾਂ, ਇਹ ਜੋ 6ਵਾਂ ਸ਼ਬਦ ਹੁਣ ਆਰੰਭ ਹੋ ਰਿਹਾ ਹੈ, ਜਾਲ ਮੋਹ ਘਾਸ ਮਸ ਕਰ ਮਤ ਕਾਗਦ ਕਰ ਸਾਰ। ਜਿੰਨੀ ਵੀ ਸਤਿਗੁਰਾਂ ਕੀ ਅੰਮ੍ਰਿਤ ਰੂਪ ਬਾਣੀ ਹੈ, ਇਹ ਸਭ ਤੋਂ ਪਹਿਲਾ ਸ਼ਬਦ ਉਚਾਰਿਆ ਹੈ ਸਤਿਗੁਰੂ ਨਾਨਕ ਦੇਵ ਜੀ ਨੇ। ਇਹ ਪਹਿਲਾ, ਸਭ ਤੋਂ ਪਹਿਲਾ ਸ਼ਬਦ ਇਹ ਉਚਾਰਨ ਕੀਤਾ ਜਦੋਂ ਗੋਪਾਲ ਦਾਸ ਪਾਂਧੇ ਦੇ ਪਾਸ ਪਿਤਾ ਜੀ ਆਪ ਜੀ ਨੂੰ ਪੜ੍ਹਾਉਣ ਵਾਸਤੇ ਲੈ ਕੇ ਗਏ ਸਨ। ਸਾਡਾ ਇਤਿਹਾਸ ਦੱਸਦਾ ਹੈ, ਪਿਤਾ ਜੀ ਦੀ ਆਗਿਆ ਦਾ ਸਤਿਕਾਰ ਕਰਦਿਆਂ ਹੋਇਆਂ ਤੇ ਜਗਤ ਮਰਜ਼ਾਦਾ ਨੂੰ ਕਾਇਮ ਰੱਖਦਿਆਂ ਪਹਿਲੇ ਦਿਨ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਨੇ ਪਾਠਸ਼ਾਲਾ ਵਿੱਚ ਬੈਠ ਕੇ ਆਮ ਬਾਲਕਾਂ ਦੀ ਤਰ੍ਹਾਂ ਸਬਕ ਪੜ੍ਹਿਆ ਸੀ। ਜਿਵੇਂ ਪਾਂਧਾ ਬਾਕੀ ਬਾਲਕਾਂ ਨੂੰ ਪੜ੍ਹਾ ਰਿਹਾ ਸੀ, ਉਸੇ ਤਰ੍ਹਾਂ ਆਪ ਜੀ ਨੇ ਜਗਤ ਮਰਜ਼ਾਦਾ ਤੇ ਪਿਤਾ ਜੀ ਦੀ ਆਗਿਆ ਦਾ ਸਤਿਕਾਰ ਕਰਦਿਆਂ ਉਸ ਸਬਕ ਨੂੰ ਪੜ੍ਹਨਾ ਕੀਤਾ ਸੀ। ਤੇ ਆਪ ਜੀ ਦੇ ਨਿਰਣੇ ਤੋਂ, ਆਪ ਜੀ ਦੀ ਮੱਤ ਤੋਂ ਪਾਂਧਾ ਵੀ ਹੈਰਾਨ ਹੋਇਆ ਸੀ। ਤੇ ਜਦ ਦੂਸਰੇ ਦਿਨ ਆਪ ਜੀ ਗਏ ਸਨ, ਅੱਜ ਬਿਲਕੁਲ ਚੁੱਪ, ਨਾ ਕੋਈ ਸਬਕ ਪੜ੍ਹਦੇ ਨੇ, ਨਾ ਲਿਖਦੇ ਨੇ, ਨਾ ਕੁਝ ਬੋਲਦੇ ਹਨ। ਪਾਂਧੇ ਨੇ ਬੇਨਤੀ ਕੀਤੀ ਸੀ, ਪੁੱਛਿਆ ਸੀ ਕਿ ਕੱਲ ਤਾਂ ਬੜੀ ਚਤੁਰਾਈ ਨਾਲ ਪੜ੍ਹ ਰਹੇ ਸੀ, ਅੱਜ ਕੀ ਹੋਇਆ? ਮਹਾਰਾਜ ਨੇ ਬਚਨ ਕਿਹਾ ਸੀ, ਤੁਸੀਂ ਆਪ ਕਿਹੜੀ ਵਿਦਿਆ ਜਾਣਦੇ ਹੋ ਜੋ ਮੈਨੂੰ ਪੜ੍ਹਾਉਣਾ ਚਾਹੁੰਦੇ ਹੋ? ਤਾਂ ਉਸ ਵਕਤ ਦੀ ਪ੍ਰਚਲਿਤ ਵਿਦਿਆ ਜੋ ਸੀ ਉਹ ਸਾਰੀ ਦਾ ਹੀ ਵਰਣਨ ਪਾਂਧੇ ਨੇ ਕੀਤਾ ਸੀ ਕਿ ਐ ਮੈਂ ਪੜ੍ਹਨੀ ਜਾਣਦਾ, ਤੁਹਾਨੂੰ ਵੀ ਪੜ੍ਹਾਵਾਂਗਾ। ਸਤਿਗੁਰਾਂ ਨੇ ਪੁੱਛਿਆ, ਇਹਦਾ ਫਾਇਦਾ ਕੀ ਹੈ, ਲਾਭ ਕੀ ਹੈ? ਪਾਂਧਾ ਕਹਿਣ ਲੱਗਾ ਕਿ ਇਹਦੇ ਨਾਲ ਜਗਤ ਵਿੱਚ ਸਤਿਕਾਰ ਮਿਲਦਾ ਹੈ, ਦੁਨੀਆ ਵਿੱਚ ਮਾਣ ਵਡਿਆਈ ਮਿਲਦੀ ਹੈ, ਮਨੁੱਖ ਆਪਣੀ ਉਪਜੀਵਕਾ ਇੱਜ਼ਤ ਭਰੇ ਤਰੀਕੇ ਦੇ ਨਾਲ ਕਮਾ ਸਕਦਾ ਹੈ। ਸਤਿਗੁਰੂ ਫਰਮਾਨ ਕਰਨ ਲੱਗੇ, ਪਾਂਧਾ ਜੀ, ਮਨੁੱਖ ਤਾਂ ਪਹਿਲਾਂ ਹੀ ਹੰਕਾਰ ਵਿੱਚ ਫਸਿਆ ਹੈ, ਪਹਿਲਾਂ ਹੀ ਮੋਹ ਮਾਇਆ ਦੇ ਵਿੱਚ ਫਸਿਆ ਹੋਇਆ ਹੈ। ਵਿਦਿਆ ਤਾਂ ਉਹ ਚਾਹੀਦੀ ਹੈ ਜਿਹੜੀ ਇਹਨਾਂ ਜਗਤ ਦੇ ਜੰਜਾਲਾਂ ਤੋਂ ਛੁਡਾ ਲਵੇ ਤੇ ਪਰਮਾਤਮਾ ਨਾਲ ਜੋੜ ਦੇਵੇ। ਤੇ ਜੋ ਫਾਇਦੇ ਇਹ ਵਿਦਿਆ ਪੜ੍ਹਨ ਦੇ ਤੁਸੀਂ ਦੱਸਦੇ ਹੋ, ਇਨ ਬਿਦ ਚਿਤ ਪਾਦਾ ਸੁਨ ਸਰੁਤ ਪਾਦਾ ਫਾਹੇ ਪੜਹਿ ਅਪਾਰ।
ਇਹਨਾਂ ਨਾਲ ਤਾਂ ਮਨੁੱਖ ਦਾ ਚਿੱਤ ਹੋਰ ਜਗਤ ਦੇ ਜੰਜਾਲਾਂ ਤੇ ਔਗਣਾਂ ਵਿੱਚ ਬੰਨਿਆ ਜਾਂਦਾ ਹੈ, ਬਹੁਤੀਆਂ ਫਾਈਆਂ ਪੈ ਜਾਂਦੀਆਂ, ਇਹਦੇ ਪੜਨ ਦਾ ਕੀ ਫਾਇਦਾ। ਪਾਦਾ ਕਹਿਣ ਲੱਗਾ, ਫਿਰ ਉਹ ਵਿਦਿਆ ਕਿਹੜੀ ਹੈ, ਤੁਸੀਂ ਕਿਹੜੀ ਪੜ੍ਹਨੀ ਚਾਹੁੰਦੇ ਹੋ। ਮਹਾਰਾਜ ਨੇ ਬਚਨ ਕਹੇ ਸੀ, ਛੁੱਟਿਓ ਜੇ ਚਾਹੈ ਲੇਖਾ ਇਹ ਗਾਹੈ, ਜੋ ਮੈਂ ਕਰੋ ਉਚਾਰ। ਜੇ ਜਗਤ ਬੰਧਨਾਂ ਤੋਂ ਛੁੱਟਣਾ ਚਾਹੁੰਦੇ ਹੋ ਤਾਂ ਇਸ ਵਿਦਿਆ ਨੂੰ ਪੜ੍ਹੋ, ਇਹਦਾ ਅਧਿਐਨ ਕਰੋ ਜੋ ਮੈਂ ਉਚਾਰਨ ਕਰਕੇ ਤੁਹਾਨੂੰ ਦੱਸਦਾ। ਉਦੋਂ ਸਤਿਗੁਰੂ ਮਹਾਰਾਜ ਜੀ ਨੇ ਇਹ ਸ਼ਬਦ ਉਚਾਰਨ ਕੀਤਾ ਸੀ। ਅੰਮ੍ਰਿਤ ਰੂਪ ਬਾਣੀ ਦਾ ਸਭ ਤੋਂ ਪਹਿਲਾ ਸ਼ਬਦ ਗੁਰੂ ਗਰੀਬ ਨਿਵਾਜ ਜੀ ਨੇ ਉਚਾਰਿਆ। ਮੋਹ ਨੂੰ ਸਾੜ ਘਸਾ ਕੇ ਇਸ ਦੀ ਸਿਆਹੀ ਬਣਾ ਲਓ, ਮਤ ਨੂੰ ਸ੍ਰੇਸ਼ਟ ਉੱਤਮ ਕਾਗਜ਼ ਬਣਾ ਲਓ, ਪ੍ਰੇਮ ਰੂਪੀ ਕਲਮ ਹੋਵੇ ਔਰ ਆਪਣੇ ਚਿੱਤ ਨੂੰ ਲਿਖਣ ਵਾਲਾ ਲਿਖਾਰੀ ਬਣਾਓ। ਗੁਰੂ ਤੋਂ ਪੁੱਛ ਕੇ ਅਧਿਆਤਮਿਕ ਵਿਚਾਰ ਆਪਣੇ ਮਤ ਰੂਪੀ ਕਾਗਜ਼ ਤੇ ਲਿਖ ਲਓ। ਪਰਮਾਤਮਾ ਦਾ ਨਾਮ ਲਿਖੋ, ਵਾਹਿਗੁਰੂ ਦੀ ਸਿਫਤ ਸਲਾਹ ਲਿਖੋ, ਜਿਸ ਦਾ ਕੋਈ ਅੰਤ ਪਾਰਾਵਾਰ ਨਹੀਂ। ਇਹ ਲਿਖਤ ਲਿਖਣੀ, ਇਹ ਪੜ੍ਹਾਈ ਪੜ੍ਹਨੀ ਲਿਖਣੀ ਜੇ ਜਾਣ ਲਵੋਗੇ, ਜੇ ਇਹਦੀ ਜਾਂਚ ਆ ਜਾਵੇ, ਸਮਝ ਪੈ ਜਾਵੇ, ਤਾਂ ਜਿੱਥੇ ਅਗਲੀ ਦਰਗਾਹ ਵਿੱਚ ਲੇਖਾ ਮੰਗਿਆ ਜਾਂਦਾ ਹੈ, ਉਥੇ ਜਮਾਂ ਤੋਂ ਛੁੱਟਣ ਦਾ, ਜੂਨਾਂ ਤੋਂ ਛੁੱਟਣ ਦਾ ਇਹ ਸੱਚਾ ਪਰਵਾਨਾ ਹੋਵੇਗੀ। ਇਉਂ ਮਹਾਰਾਜ ਜੀ ਨੇ ਅਧਿਆਤਮਿਕ ਪੜ੍ਹਾਈ ਦਾ ਬਚਨ ਇਸ ਦੇ ਵਿੱਚ ਕਿਹਾ ਸੀ। ਇਹ ਪਹਿਲਾ ਸ਼ਬਦ ਉਚਾਰਨ ਕੀਤਾ ਸਤਿਗੁਰੂ ਨਾਨਕ ਦੇਵ ਜੀ ਨੇ। ਸਰਵਣ ਕਰੀਏ ਜੀ। ਸ੍ਰੀ ਰਾਗ ਮਹਲ ਪਹਿਲਾ। ਜਾਲ ਮੋਹ ਘਸ ਮਸ ਕਰ, ਮਤ ਕਾਗਦ ਕਰ ਸਾਰ, ਭਾਉ ਕਲਮ ਕਰ ਚਿੱਤ ਲਿਖਾਰੀ, ਗੁਰ ਪੁੱਛ ਲਿਖ ਵਿਚਾਰ, ਲਿਖ ਨਾਮ ਸਾਲਾਹ ਲਿਖ, ਲਿਖ ਅੰਤ ਨਾ ਪਾਰਾਵਾਰ। ਬਾਬਾ ਇਹੋ ਲੇਖਾ ਲਿਖ ਜਾਣ, ਜਿੱਥੈ ਲੇਖਾ ਮੰਗੀਐ ਤਿੱਥੈ ਹੋਏ ਸੱਚਾ ਨੀਸਾਨ। ਰਹਾਉ ਜਿੱਥੈ ਮਿਲਹਿ ਵਡਿਆਈਆ, ਸਾਧ ਖੁਸ਼ੀਆ ਸਾਧ ਚਾਉ, ਤੈਨ ਮੁਖ ਟਿੱਕੇ ਨਿਕਲਹਿ, ਜਿਨ ਮਨ ਸੱਚਾ ਨਾਉ। ਕਰਮ ਮਿਲੈ ਤਾ ਪਾਈਐ, ਨਾਹੀ ਗੱਲੀ ਵਾਉ ਦੁਆਉ। ਇਕ ਆਵਹਿ ਇਕ ਜਾਹੇ ਉਠ, ਰਖੀਐ ਨਾਵ ਸਲਾਰ। ਇਕ ਉਪਾਏ ਮੰਗਤੇ, ਇਕ ਨਾ ਵੱਡੇ ਦਰਬਾਰ। ਅੱਗੇ ਗਿਆ ਜਾਣੀਐ, ਵਿਣ ਨਾਵੈ ਵੇਕਾਰ। ਉੱਪਰ ਪੰਕਤੀ ਵੱਲ ਖਿਆਲ ਕਰਨਾ। ਕਰਮ ਮਿਲੈ ਤਾ ਪਾਈਐ, ਨਾਹੀ ਗੱਲੀ ਵਾਉ ਦੁਆਉ। ਅੱਖਰ ਹੈ ਗੱਗਾ ਤੇ ਲੱਲੇ ਬਿਹਾਰੀ। ਇਸ ਦਾ ਉਚਾਰਨ ਇੱਥੇ ਅਰਥ ਮੁਤਾਬਕ ਹੋਵੇਗਾ ਗੱਲੀ। ਗੱਲਾਂ ਦੇ ਨਾਲ ਕੋਈ ਗੱਲ ਨਹੀਂ ਬਣਨੀ, ਗੱਲਾਂ ਤਾਂ ਐਵੇਂ ਹਵਾ ਵਿੱਚ ਹੀ ਉੱਡ ਜਾਣ ਵਾਲੀਆਂ। ਗੁਰਬਾਣੀ ਵਿੱਚ ਅਗਾਂਹ ਜਾ ਕੇ ਪੰਕਤੀ ਆਵੇਗੀ, ਮੇਰੋ ਸੁੰਦਰ ਕਹੋ ਮਿਲੈ ਕਿਤ ਗਲੀ। ਸੋ ਉੱਥੇ ਗਲੀ ਕਿਹੜੀ ਗਲੀ ਵਿੱਚ, ਸੋ ਹੋਰ ਵੀ ਇਉਂ ਅਨੇਕਾਂ ਪਾਠ ਆਉਣਗੇ। ਇਹ ਸੰਥਿਆ ਤੋਂ ਹੀ ਪਤਾ ਲੱਗਦਾ ਕਿੱਥੇ ਕੀ ਉਚਾਰਨ ਹੈ ਤੇ ਕੀ ਅਰਥ ਹੈ। ਨਾ ਹੀ ਗੱਲੀ ਵਾਓ ਦਵਾਓ, ਇੱਥੇ ਗੱਲੀ ਬੋਲਣਾ ਹੈ। ਹਾਂਜੀ। ਭੈ ਤੇਰੇ ਡਰ ਅਗਲਾ, ਖਪ ਖਪ ਛਿਜੈ ਦੇਹ, ਨਾਵ ਜਿਨਾ ਸੁਲਤਾਨ ਖਾਨ, ਹੁੰਦੇ ਡਿਠੇ ਖੇਹ। ਨਾਨਕ ਉੱਠੀ ਚੱਲਿਆ, ਸਭ ਕੂੜੇ ਟੁੱਟੇ ਨੇਹ। ਸ੍ਰੀ ਰਾਗ ਮਹੱਲਾ ਪਹਿਲਾ। ਸਭ ਰਸ ਮਿੱਠੇ ਮੰਨਿਐ, ਸੁਣਿਐ ਸਾਹ ਲੋਣੇ। ਖਟ ਤੁਰਸੀ ਮੁਖ ਬੋਲਣਾ, ਮਾਰਨ ਨਾਦ ਕੀਏ। ਛੱਤੀਹ ਅੰਮ੍ਰਿਤ ਭਾਉ ਏਕ, ਜਾ ਕਉ ਨਦਰ ਕਰੇ। ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧੈ ਤਨ ਪੀੜੀਐ, ਮਨ ਮਹਿ ਚਲਹਿ ਵਿਕਾਰ। ਰਹਾਉ ਛੱਤੀ ਅੰਮ੍ਰਿਤ ਭਾਉ ਏਕ, ਜਾ ਕਉ ਨਦਰ ਕਰੇ। ਕੱਕਾ ਰਾਰੇ ਲਾਮ ਅੱਗੇ ਈੜੀ ਸਿਹਾਰੀ। ਇਸ ਉਚਾਰਨ ਦਾ ਖਿਆਲ ਰੱਖਣਾ, ਜਿੱਥੇ ਵੀ ਕਿਤੇ ਆਵੇ ਇਸ ਤਰ੍ਹਾਂ ਲਿਖਿਆ ਹੋਇਆ। ਕੱਕਾ ਰਾਰੇ ਲਾਮ ਜੇ ਸਿਰਫ ਇੰਨਾ ਹੋਵੇ ਤਾਂ ਉਚਾਰਨ ਹੋਵੇਗਾ ਕਰੇ, ਤੇ ਪਰ ਅੱਗੇ ਈੜੀ ਨੂੰ ਸਿਹਾਰੀ ਆ ਗਈ, ਉਸ ਦਾ ਉਚਾਰਨ ਵੀ ਈੜੀ ਸਿਹਾਰੀ ਇਹ ਵੀ ਹੋਵੇਗਾ। ਇਸ ਲਈ ਲਾਮ ਦਾ ਉਚਾਰਨ ਜੇ ਥੋੜਾ ਲੰਮਾ ਕਰ ਦਿਆਂਗੇ ਤਾਂ ਉਹ ਈੜੀ ਸਿਹਾਰੀ ਦਾ ਉਚਾਰਨ ਵੀ ਹੋ ਜਾਵੇਗਾ। ਜਿੱਥੇ ਈੜੀ ਨਹੀਂ, ਕੱਕਾ ਰਾਰੇ ਲਾਮ ਹੈ, ਉਹ ਕਰੇ ਬੋਲਣਾ, ਤੇ ਇੱਥੇ ਪਾਠ ਆਇਆ ਕਰੇ। ਇਸੇ ਤਰ੍ਹਾਂ ਆਪ ਜੀ ਨੇ ਸਰਵਣ ਕੀਤਾ, ਚੇਤੇ ਰੱਖਣਾ ਜੀ। ਖਾਟ ਤੁਰਸੀ ਮੁਖ ਬੋਲਣਾ, ਮਾਰਨ ਨਾਦ ਕੀਏ।
ਛਪਣ ਵਿੱਚ ਭਾਵੇਂ ਖਟ ਤੁਰਸੀ ਇਕੱਠਾ ਛਪਿਆ ਹੋਇਆ ਹੈ, ਪਰ ਇਸ ਦਾ ਉਚਾਰਨ ਸੰਬੰਧਕ ਰੂਪ ਵਿੱਚ ਵੱਖਰਾ ਵੱਖਰਾ ਕਰਨਾ ਹੈ ਜੀ। ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧੈ ਤਨ ਪੀੜੀਐ, ਮਨ ਮਹਿ ਚੱਲਹਿ ਵਿਕਾਰ। ਰਹਾਉ ਰਤਾ ਪਹਿਨਣ ਮਨ ਰਤਾ, ਸੁਪੇਦੀ ਸਤ ਦਾਨ। ਨੀਲੀ ਸਿਆਹੀ ਕਦਾ ਕਰਨੀ, ਪਹਿਰਨ ਪੈਰ ਧਿਆਨ। ਕਰਮ ਬੰਦ ਸੰਤੋਖ ਕਾ ਕਮਰ ਬੰਦ ਸੰਤੋਖ ਕਾ, ਧਨ ਜੋਬਨ ਤੇਰਾ ਨਾਮ। ਬਾਬਾ ਹੋਰ ਪਹਿਨਣ ਖੁਸ਼ੀ ਖੁਆਰ, ਜਿਤ ਪੈਦੈ ਤਨ ਪੀੜੀਐ, ਮਨ ਮਹਿ ਚੱਲਹਿ ਵਿਕਾਰ। ਰਹਾਉ ਘੋੜੇ ਪਾਖਰ ਸੋਇਨੇ ਸਾਖਤ, ਬੂਝਣ ਤੇਰੀ ਬਾਟ। ਤਰਕਸ ਤੀਰ ਕਮਾਨ ਸਾਂਗ, ਤੇਗ ਬੰਦ ਗੁਣ ਧਾਤ। ਵਾਜਾ ਨੇਜਾ ਪਤ ਸਿਓ ਪ੍ਰਗਟ, ਕਰਮ ਤੇਰਾ ਮੇਰੀ ਜਾਤ। ਬਾਬਾ ਹੋਰ ਚੜ੍ਹਨਾ ਖੁਸ਼ੀ ਖੁਆਰ, ਜਿਤ ਚੜ੍ਹਿਆ ਤਨ ਪੀੜੀਐ, ਮਨ ਮਹਿ ਚੱਲਹਿ ਵਿਕਾਰ। ਰਹਾਉ ਘਰ ਮੰਦਰ ਖੁਸ਼ੀ ਨਾਮ ਕੀ, ਨਦਰ ਤੇਰੀ ਪਰਵਾਰ। ਹੁਕਮ ਸੋਈ ਤੁਧ ਭਾਵਸੀ, ਹੋਰ ਆਖਣ ਬਹੁਤ ਅਪਾਰ। ਨਾਨਕ ਸੱਚਾ ਪਾਤਸ਼ਾਹ, ਪੂਛ ਨਾ ਕਰੇ ਵਿਚਾਰ। ਬਾਬਾ ਹੋਰ ਸੌਣਾ ਖੁਸ਼ੀ ਖੁਆਰ, ਜਿਤ ਸੁੱਤੈ ਤਨ ਪੀੜੀਐ, ਮਨ ਮਹਿ ਚੱਲਹਿ ਵਿਕਾਰ। ਰਹਾਉ ਜਿਤ ਸੁੱਤੈ ਤਨ ਪੀੜੀਐ, ਸਾਰੇ ਹੀ ਪਦ ਜੋ ਆਏ ਹਨ, ਇਹ ਪੰਗਤੀ ਪੀੜੀਐ ਅੱਖਰ ਵਾਲੀ ਸਾਰਿਆਂ ਦੇ ਵਿੱਚ ਆਈ ਹੈ। ਪੀੜੀਐ ਨਹੀਂ ਬੋਲਣਾ, ਆਮ ਪਾਠੀ ਉਚਾਰਨ ਕਰਦਿਆਂ ਬੋਲ ਜਾਂਦੇ ਨੇ ਜਿਤ ਖਾਧੈ ਤਨ ਪੀੜੀਐ, ਜਿਤ ਸੁੱਤੈ ਤਨ ਪੀੜੀਐ। ਪੀੜੀਐ ਨਹੀਂ ਬੋਲਣਾ, ਪੀੜੀਐ ਪੀੜਨ ਤੋਂ ਭਾਵ ਹੈ। ਜਿਵੇਂ ਵੇਲਣੇ ਵਿੱਚ ਕਮਾਦ ਪੀੜਿਆ ਜਾਂਦਾ ਹੈ, ਜਿਵੇਂ ਕੋਹਲੂ ਵਿੱਚ ਸਰੋਂ ਪੀੜੀ ਜਾਂਦੀ ਹੈ, ਤਿਲ ਪੀੜੇ ਜਾਂਦੇ ਨੇ। ਕਮਾਦ ਪੀੜਨਾ, ਤਿਲ ਪੀੜਨੇ, ਸਰੋਂ ਪੀੜਨਾ ਹੀ ਕਿਹਾ ਜਾਂਦਾ ਹੈ, ਪੀੜਨਾ ਨਹੀਂ। ਸੋ ਉਹ ਭਾਵ ਅਰਥ ਰੱਖਦਿਆਂ ਹੋਇਆਂ ਜਿਤ ਸੁੱਤੈ ਤਨ ਪੀੜੀਐ, ਮਨ ਮਹਿ ਚਲਹਿ ਵਿਕਾਰ, ਪੀੜੀਐ ਨਹੀਂ ਬੋਲਣਾ ਜੀ।